ਵੇਖੋ ਬਰਾੜ ਸਾਹਿਬ, ਗੱਲ ਇਹ ਹੈ ਹੂੰ ਵੀ ਹੜਤਾਲ ਜੇਕਰ ਕਿਸੇ ਵੀ ਮੁਲਾਜ਼ਮ ਵਰਗ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦਾ ਨੁਕਸਾਨ ਜਿਹੜਾ ਹੈ ਉਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ, ਇਹ ਤਾਂ ਆਪਾਂ ਜਾਣਦੇ ਹਾਂ। ਬਿਲਕੁਲ ਠੀਕ ਹੈ। ਲੇਕਿਨ ਕਈ ਵਾਰੀ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ, ਕਈ ਵਾਰੀ ਮਜਬੂਰੀਆਂ ਇਹੋ ਜਿਹੀਆਂ ਬਣ ਜਾਂਦੀਆਂ ਕਿ ਕਰਮਚਾਰੀਆਂ ਨੂੰ ਹੜਤਾਲ ਕੀਤੇ ਬਿਨਾਂ ਵੀ ਉਹਨਾਂ ਦਾ ਸਰਦਾ ਨਹੀਂ, ਜਾਂ ਕਹਿ ਲਓ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਦੀਆਂ। ਹੁਣ ਜਿਹੜਾ ਤੁਸੀਂ ਗੱਲ ਕੀਤੀ ਕਿ ਐਸਮਾ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੱਲੋਂ, ਮੈਂ ਸਮਝਦਾ ਇਹ ਇੱਕ ਬਹਾਨੇ ਨਾਲ, ਆਨੇ ਬਹਾਨੇ ਲੋਕਤੰਤਰ ਦਾ ਗਲਾ ਘੁੱਟਣ ਦੀ ਸਾਜ਼ਿਸ਼ ਹੈ। ਕਿਉਂਕਿ ਜਿਹੜੇ ਕੋਈ ਕਰਮਚਾਰੀ, ਜਿਹੜੇ ਵੀ ਕੋਈ ਵਿਭਾਗ ਦੀ ਗੱਲ ਕਰੀਏ ਕਿ ਉਹਨਾਂ ਦੇ ਅੰਦਰ ਜੋ ਕਮੀਆਂ ਨੇ ਜਾਂ ਉਹਨਾਂ ਦੇ ਪੈਸੇ ਲੈਂਦੇ, ਜਿਵੇਂ ਤੁਸੀਂ ਦੱਸਿਆ ਵੀ ਫੜੇ ਜਾਂਦੇ ਨੇ ਤੇ ਉਹ ਹੜਤਾਲ ਤੇ ਬੈਠ ਜਾਂਦੇ ਨੇ, ਉਸ ਦੇ ਬਹਾਨੇ ਸਾਰੇ ਮੁਲਾਜ਼ਮ ਵਰਗ ਨੂੰ, ਮੈਂ ਇਹ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਕਿ ਸਾਰੇ ਮੁਲਾਜ਼ਮ ਵਰਗ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਵਾਂਝਾ ਕਰਨ ਦਾ ਯਤਨ ਇਹ ਸਰਕਾਰ ਕਰ ਰਹੀ ਹੈ। ਇਹ ਲੋਕਤੰਤਰ ਦਾ ਗਲਾ ਘੁੱਟਣ ਦਾ ਯਤਨ ਹੈ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਜ਼ਰੂਰ ਕਹਿਣੀ ਚਾਹੂੰਗਾ ਕਿ ਦੇਖੋ, ਇਮਾਨਦਾਰੀ ਦੇ ਜਿਹੜੇ ਮਾਪਦੰਡ ਹੁੰਦੇ ਨੇ ਨਾ, ਜਿਹੜੇ ਪੈਰਾਮੀਟਰ ਹੁੰਦੇ ਨੇ, ਉਹ ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਨੇ। ਹੁਣ ਰੋਜ਼ ਤਾਂ ਇਹਨਾਂ ਦੇ ਐਮਐਲਏ ਪੈਸੇ ਲੈਂਦੇ ਫੜੇ ਜਾਂਦੇ ਨੇ, ਇਹਨਾਂ ਦੇ ਮੰਤਰੀ ਪੈਸੇ ਲੈਂਦੇ ਫੜੇ ਜਾਂਦੇ ਨੇ, ਕਦੇ ਇਹਨਾਂ ਦੇ ਮੰਤਰੀ ਜਿਹੜੇ ਜ਼ਮੀਨ ਘੁਟਾਲੇ 'ਚ ਫੜੇ ਜਾਂਦੇ ਨੇ, ਕਦੇ ਉਹ ਪੈਸੇ ਮੰਗਦੇ, ਉਹਨਾਂ ਦੀਆਂ ਆਡੀਓ ਲੀਕ ਹੋ ਜਾਂਦੀਆਂ। ਉਹਨਾਂ ਲਈ ਮਾਪਦੰਡ ਕੋਈ ਹੋਰ ਹੈ। ਤੇ ਜਿਹੜੇ ਮੁਲਾਜ਼ਮ ਨੇ, ਕਿਉਂਕਿ ਇਹ ਵਿਚਾਰੇ ਇਹ ਬੜੇ ਹੇਠਲੇ ਦਰਜੇ ਦੇ ਮੁਲਾਜ਼ਮ ਨੇ, ਕਿਉਂਕਿ ਇਹ ਸਿਆਸੀ ਨਹੀਂ ਨੇ, ਕਿਉਂਕਿ ਇਹਨਾਂ ਦੀ ਜਿਹੜੀ ਇਹ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇੰਟਰਫੇਰੈਂਸ ਨਹੀਂ ਹੈ, ਕਿਉਂਕਿ ਇਹ ਮੁਲਾਜ਼ਮ ਨੇ, ਕਿਉਂਕਿ ਇਹਨਾਂ ਨੂੰ ਮੁਲਾਜ਼ਮ ਹੀ ਕਿਹਾ ਜਾਂਦਾ ਹੈ। ਇਹ ਕੋਈ ਸਿਆਸੀ ਨਹੀਂ ਨੇ, ਇਹ ਕੋਈ ਐਮਐਲਏ ਮੰਤਰੀ ਨਹੀਂ ਨੇ। ਇਸ ਕਰਕੇ ਇਹਨਾਂ ਦਾ ਦਮਨ ਕੀਤਾ ਜਾ ਰਿਹਾ ਹੈ। ਕਿਉਂ ਮਾਨ ਸਾਹਿਬ ਆਪਣੇ ਜਿਹੜੇ ਵਜ਼ਾਰਤ ਵਿੱਚ ਬੈਠੇ ਲੋਕ ਨੇ, ਉਹਨਾਂ ਕੋਲੋਂ ਉਹੀ ਸਵਾਲ, ਉਹਨਾਂ ਦੇ ਬਾਰੇ ਉਹੀ ਬਿਆਨਬਾਜ਼ੀਆਂ। ਨਹੀਂ, ਸੀਐਮ ਸਾਹਿਬ ਨੇ ਜਿਹੜੀ ਅੱਜ ਗੱਲ ਕਹੀ ਹੈ, ਹਰਪ੍ਰੀਤ ਜੀ ਇੱਕ ਸੈਕਿੰਡ, ਸੀਐਮ ਸਾਹਿਬ ਨੇ ਅੱਜ ਜਿਹੜੀ ਗੱਲ ਕਹੀ ਹੈ ਕਿ ਮੋਟੀਆਂ ਤਨਖਾਹਾਂ ਲੈਂਦੇ ਨੇ ਮੁਲਾਜ਼ਮ ਔਰ ਹੜਤਾਲ ਕਿਸੇ ਤਰੀਕੇ ਨਾਲ ਵਾਜਿਬ ਨਹੀਂ ਹੈ ਜਿੱਥੇ ਆਮ ਲੋਕ ਖੱਜਲ ਖੁਆਰ ਹੁੰਦੇ ਨੇ। ਜੇ ਮੁਲਾਜ਼ਮ ਜਥੇਬੰਦੀਆਂ ਦਾ ਇੱਕ ਵੱਡਾ ਤਬਕਾ ਹੈ ਤਾਂ ਲੋਕ ਵੀ ਉਸ ਤੋਂ ਕਈ ਗੁਣਾ ਜ਼ਿਆਦਾ ਨੇ। ਪੰਜਾਬ ਦੀ 3 ਕਰੋੜ ਆਬਾਦੀ ਹੈ, ਉਸ ਚੋਂ ਮੁਲਾਜ਼ਮ ਜੇ ਹੈਗੇ ਨੇ ਤਾਂ ਲੋਕਾਂ ਦਾ ਵੀ ਇੱਕ ਵੱਡਾ ਤਬਕਾ ਹੈ ਜਿਹਨੂੰ ਉਸ ਹੜਤਾਲ ਨਾਲ ਖੱਜਲ ਖੁਆਰੀ ਹੁੰਦੀ ਹੈ। ਉਹ ਤਾਂ ਮੈਂ ਕਹਿ ਹੀ ਰਿਹਾ, ਹਾਂ ਉਹ ਤਾਂ ਮੈਂ ਕਹਿ ਹੀ ਰਿਹਾ ਬਰਾੜ ਸਾਹਿਬ, ਲੋਕਾਂ ਨੂੰ ਖੱਜਲ ਖੁਆਰੀ ਹੁੰਦੀ ਹੈ, ਬਿਨਾਂ ਸ਼ੱਕ ਹੁੰਦੀ ਹੈ। ਲੇਕਿਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਹੜੀਆਂ, ਉਹਨਾਂ ਦਾ ਦਮਨ ਵੀ ਨਹੀਂ ਨਾ ਕੀਤਾ ਜਾ ਸਕਦਾ। ਤੇ ਜਿੱਥੇ ਤੱਕ ਤੁਸੀਂ ਤਨਖਾਹ ਦੀ ਗੱਲ ਕੀਤੀ ਹੈ, ਤਨਖਾਹ ਇਹਨਾਂ ਦੇ ਮੰਤਰੀਆਂ ਨੂੰ ਨਹੀਂ ਮਿਲਦੀ, ਤਨਖਾਹ ਇਹਨਾਂ ਦੇ ਵਿਧਾਇਕਾਂ ਨੂੰ ਨਹੀਂ ਮਿਲਦੀ ਜਿਹੜੇ ਲੋਕਾਂ ਦੀਆਂ ਕੋਠੀਆਂ ਦਬਦੇ ਫਿਰਦੇ ਆ। ਤਨਖਾਹਾਂ ਕਿਹਨਾਂ ਨੂੰ ਨਹੀਂ ਮਿਲਦੀਆਂ? ਜਿਹੜੇ ਬੜੇ ਸਰਕਟ ਹਾਊਸਾਂ ਦੇ ਵਿੱਚ ਪੈਸੇ ਲੈਂਦੇ ਫੜੇ ਜਾਂਦੇ ਆ, ਤਨਖਾਹ ਤਾਂ ਉਹ ਵੀ ਲੈਂਦੇ ਆ। ਫਿਰ ਉਹ ਕਿਉਂ, ਉਹਨਾਂ ਨੂੰ ਕਿਉਂ ਸਪੇਅਰ ਕੀਤਾ ਜਾਂਦਾ? ਉਹਨਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਕੱਢਣ ਦੇ ਕੰਮ ਕਿਉਂ ਕੀਤੇ ਜਾਂਦੇ ਆ? ਫਿਰ ਪਬਲਿਕ ਪ੍ਰੈਸ਼ਰ ਦੇ ਅਧੀਨ ਕਾਰਵਾਈ। ਤੇ ਜੇ ਆਪਾਂ ਪਬਲਿਕ ਪ੍ਰੈਸ਼ਰ ਦੀ ਵੀ ਗੱਲ ਕਰ ਰਹੀਏ ਤਾਂ ਇੰਨੇ ਕੁ ਬੇਸ਼ਰਮ ਹੋ ਚੁੱਕੀ ਹੈ ਇਹ ਸਰਕਾਰ ਕਿ ਇਹ ਜਿਹੜਾ ਧਾਲੀਵਾਲ ਤੇ ਜਿਹੜਾ ਉਹ ਕਟਾਰੂ ਚੱਕ, ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ 92 ਏਕੜ ਜ਼ਮੀਨ ਉਹਨਾਂ ਨੇ ਦੱਬੀ ਹੈ, ਜਿਹੜੀ ਬੀਡੀਪੀਓ ਦੇ ਰਾਹੀਂ ਉਹਨਾਂ ਨੇ ਉਹ ਜ਼ਮੀਨ ਗੈਰ ਕਾਨੂੰਨੀ ਤੌਰ ਤੇ ਅਸੰਵਿਧਾਨਕ ਤਰੀਕੇ ਨਾਲ ਅਲਾਟ ਕਰਾਈ ਹੈ, ਉਹਦੇ ਤੇ ਕਾਰਵਾਈ ਕਿਉਂ ਨਹੀਂ? ਮਸਲਾ ਹੈ। ਚਲੋ ਮੈਂ ਗਰੇਵਾਲ ਸਾਹਿਬ ਤੋਂ, ਗਰੇਵਾਲ ਸਾਹਿਬ ਹੁਣ ਕਾਫੀ ਚੀਜ਼ਾਂ ਇਕੱਠੀਆਂ ਹੋਈਆਂ। ਪਹਿਲਾਂ ਤਾਂ ਜਿਹੜੀ ਗੱਲ ਮੁਲਾਜ਼ਮ ਯੂਨੀਅਨ ਦੇ ਆਗੂ, ਠੀਕ ਹੈ ਹਰਪ੍ਰੀਤ ਜੀ ਇੱਕ ਸੈਕਿੰਡ, ਠੀਕ ਹੈ ਇੱਕ ਮਿੰਟ। ਇੱਕ ਡੀਐਸਪੀ ਪਿਛਲੇ ਸਮੇਂ 'ਚ ਫੜਿਆ ਗਿਆ ਸੀਗਾ, ਉਹਨੇ ਇਹ ਗੱਲ ਕਹੀ ਕਿ ਮੈਂ ਐਮਐਲਏ ਨੂੰ ਪੈਸੇ ਲੈ ਕੇ ਦਿੰਦਾ, ਜਿਹੜੇ ਲੋਕਾਂ ਕੋਲ ਪੈਸੇ ਲੈਣਾ ਮੈਂ ਉਹ ਆਪਣੇ ਐਮਐਲਏ ਨੂੰ ਦੇਣਾ। ਕੀ ਉਸ ਐਮਐਲਏ ਦੇ ਉੱਤੇ ਕਾਰਵਾਈ ਕੀਤੀ ਹੈ ਸਰਕਾਰ ਨੇ? ਕਿਉਂ ਨਾ ਉਹ ਤਾਂ ਪੁੱਛਗਿੱਛ ਕੀਤੀ ਭਾਈ ਵੀ ਤੂੰ ਡੀਐਸਪੀ ਨੂੰ ਰਿਸ਼ਵਤ। ਗਰੇਵਾਲ ਸਾਹਿਬ ਆਪਾਂ ਜਵਾਬ ਲੈ ਲਈਏ ਇੱਕ ਸੈਕਿੰਡ, ਆਪਣੇ ਕੋਲ ਬੁਲਾਰੇ ਜ਼ਿਆਦਾ ਨੇ, ਸਮਾਂ ਘੱਟ ਹੈ, ਇਸ ਕਰਕੇ ਉਹਨਾਂ ਦਾ ਪੱਖ ਲੈਣਾ ਬੜਾ ਜ਼ਰੂਰੀ ਹੈ। ਗਰੇਵਾਲ ਸਾਹਿਬ, ਪਹਿਲਾ ਸਵਾਲ ਤਾਂ ਇਹ ਹੈ ਕਿ ਧਰਨਿਆਂ ਚੋਂ ਨਿਕਲੀ ਪਾਰਟੀ ਹੁਣ ਧਰਨੇ ਪ੍ਰਦਰਸ਼ਨ ਨੂੰ ਰੋਕਣਾ ਚਾਹ ਰਹੀ ਹੈ ਜਾਂ ਉਸ ਨੂੰ ਲੈ ਕੇ ਚੇਤਾਵਨੀ ਦਿੱਤੀ ਜਾ ਰਹੀ ਹੈ, ਸਖਤੀ ਕੀਤੀ ਜਾ ਰਹੀ ਹੈ? ਇਹ ਤੁਹਾਡੇ ਤੇ ਵੱਡੇ ਸਵਾਲ ਨੇ। ਦੂਜਾ ਤੁਹਾਡੇ ਤੇ ਹੈ ਕਿ ਤੁਹਾਡੀ ਆਪਦੀ ਪਾਰਟੀ ਦੇ ਆਗੂ ਜੇ ਕਦੇ ਕਰਪਸ਼ਨ ਦੇ ਵਿੱਚ ਇਨਵੋਲਵ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਪਾਰਟੀ ਦੇ ਮਾਪਦੰਡ ਵੱਖਰੇ ਨੇ, ਇਹ ਤੁਹਾਡੀਆਂ ਵਿਰੋਧੀ ਧਿਰਾਂ ਕਹਿ ਰਹੀਆਂ ਨੇ, ਹੈ ਨਾ। ਤੀਸਰੀ ਗੱਲ ਇਸ ਦੇ ਵਿੱਚ ਜਿਹੜੀ ਹੈਗੀ ਹੈ ਵੀ ਜੇ ਮੁਲਾਜ਼ਮ ਜਥੇਬੰਦੀਆਂ ਕਿ ਜਿਵੇਂ ਕਹਿ ਰਹੀਆਂ ਨੇ ਵੀ ਜੇ ਸਾਡੇ ਨਾਲ ਗੱਲ ਹੋ ਜੇ ਤਾਂ ਸਾਨੂੰ ਲੋੜ ਨਾ ਪਵੇ ਜਿਹੜਾ ਹੈ ਧਰਨੇ ਪ੍ਰਦਰਸ਼ਨਾਂ ਦੀ ਜਾਂ ਹੜਤਾਲਾਂ ਤੇ ਜਾਣ ਦੀ। ਬਰਾੜ ਸਾਹਿਬ, ਪਹਿਲਾਂ ਮੈਂ ਪਟਵਾਰੀ ਵੀਰਾਂ ਦਾ ਜਵਾਬ ਦਊਂਗਾ, ਸਿਆਸੀ ਗੱਲ ਤੇ ਮੈਂ ਬਾਅਦ ਜਾਊਂਗਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ, ਤੁਹਾਡੀਆਂ ਮੰਗਾਂ ਬਹੁਤ ਜਾਇਜ਼। ਤੁਹਾਨੂੰ ਕੱਲੇ ਨੂੰ 2-2 ਅਸਿਸਟੈਂਟ ਹਾਇਰ ਕਰਨੇ ਪੈਂਦੇ ਆ, ਤੁਹਾਡੇ ਤੇ ਵਰਕਲੋਡ ਹੈਗਾ, ਅਸੀਂ ਸਮਝਦੇ ਹਾਂ ਕਿ ਤੁਹਾਡੇ ਜਿੱਥੇ ਕਮੀਆਂ ਨੇ, ਸਾਨੂੰ ਪਤਾ ਹੈ ਇਸ ਸਿਸਟਮ 'ਚ ਕਮੀਆਂ ਨੇ ਵੀਰੋ, ਅਸੀਂ ਸਮਝਦੇ ਹਾਂ, ਅਸੀਂ ਤੁਹਾਡੇ ਖਿਲਾਫ ਨਹੀਂ, ਅਸੀਂ ਮੁਲਾਜ਼ਮਾਂ ਦੇ ਖਿਲਾਫ ਨਹੀਂ। ਪਹਿਲੀ ਗੱਲ।
ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇ ਸਟੈਂਡ ਲੈਣਾ ਕਿਸੇ ਦੇ ਫੜੇ ਜਾਣ ਤੇ, ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦਿੰਦਾ। ਮੇਰੇ ਕੋਲ ਇੱਕ ਆਏ ਸੱਜਣ, ਉਹਨਾਂ ਦੇ ਕੋਈ ਰਿਸ਼ਤੇਦਾਰ ਪਟਵਾਰੀ ਸੀ, ਉਹ ਫੜੇ ਗਏ, ਉਹ ਕਹਿੰਦੇ ਵੀ ਪੈਸੇ ਉਹਨਾਂ ਦੇ ਬਟੂਏ ਚ ਲੱਭੇ, ਉਹਨਾਂ ਦੇ ਹੱਥੋਂ ਥੋੜੀ ਲੱਭੇ ਆ। ਮੈਂ ਮਤਲਬ ਹੈਰਾਨ ਹੋ ਗਿਆ ਸੁਣ ਕੇ। ਐਂਡ ਮੈਂ ਬਰਾੜ ਸਾਹਿਬ, ਮੈਂ ਛੋਟਾ ਹੁੰਦਾ ਸੀ, 16 ਸਾਲ ਦੀ ਉਮਰ ਦਾ, ਆਪਣੇ ਜੱਟਾਂ ਦੀ ਜੂਨੀ ਇਹੀ ਰਹਿ ਜਾਂਦੀ ਹੈ। ਮੈਂ ਇੱਥੇ ਧੱਕੇ ਖਾਂਦਾ ਰਿਹਾ, ਮੈਨੂੰ ਪਤਾ ਹੈ ਸਿਸਟਮ ਕਿਵੇਂ ਚੱਲਦਾ। ਮੈਂ ਮੰਨਦਾ ਕਿ ਬਹੁਤ ਕਮੀਆਂ ਨੇ, ਪਰ ਗੱਲ ਕਰਨੀ ਹੈ ਤੁਹਾਡੇ ਲਈ ਦਰਵਾਜ਼ੇ ਹਮੇਸ਼ਾ ਮਾਨ ਸਾਹਿਬ ਦੇ ਖੁੱਲੇ ਨੇ, ਜਦੋਂ ਮਰਜ਼ੀ ਕਰੋ। ਤੁਹਾਡੇ ਕੋਲ ਕਮੀਆਂ, ਤੁਸੀਂ ਬਹੁਤ ਰਿਸਟ੍ਰਿਕਟਡ ਥਾਂ 'ਚ ਕੰਮ ਕਰਦੇ ਹੋ, ਬਹੁਤ ਤੰਗੀਆਂ 'ਚ ਕੰਮ ਕਰਦੇ ਹੋ, ਅਸੀਂ ਸਮਝਦੇ ਹਾਂ, ਪਰ ਤੁਸੀਂ ਸਰਕਾਰੀ ਮੁਲਾਜ਼ਮ ਹੋ, ਤੁਸੀਂ ਰੀੜ ਦੀ ਹੱਡੀ ਹੋ। ਪਲੀਜ਼ ਤੁਸੀਂ ਰੀਜ਼ਨੇਬਲ ਗੱਲ ਕਰੋ, ਆਓ ਗੱਲ ਕਰ ਲੈਣੇ, ਪਰ ਇਹੋ ਜਿਹੀ ਗੱਲ ਤੇ ਸਟੈਂਡ ਨਾ ਲਓ। ਹੁਣ ਮੈਂ ਸਿਆਸੀ ਜਵਾਬ ਤੇ ਆਉਣਾ। ਮੈਨੂੰ ਗੱਲਾਂ ਨਾ ਕਿਸ਼ਤਾਂ ਸੁਣਦੀਆਂ ਸੀ, ਇਸ ਕਰਕੇ ਮੈਂ ਕੀਵਰਡਸ ਫੜ ਲਏ ਜੀ। ਮੈਂ ਜਿਹੜੀ ਬੀਜੇਪੀ ਵਾਲੇ ਕਹਿ ਰਹੇ ਸੀਗੇ ਜੀ ਕਿ ਜ਼ਿੰਮੇਵਾਰੀ ਨਾ ਹੋਣਾ ਚਾਹੀਦਾ। ਸਰ ਜੀ, ਇਹ ਸਿਸਟਮ ਤੁਹਾਡਾ ਚਲਾਇਆ ਹੋਇਆ, ਬਣਾਇਆ ਹੋਇਆ। ਜੇ ਟੇਬਲ ਟਾਕ ਕਰਨੀ ਸੀ ਤਾਂ 750 ਕਿਸਾਨ ਵਿਚਾਰਾ ਕਿਉਂ ਸ਼ਹੀਦ ਹੋਣ ਦੇਣਾ ਸੀ? ਟੇਬਲ ਟਾਕ ਹੀ ਕਰ ਲੈਂਦੇ। ਹੁਣ ਤਾਂ ਇਹ ਵੀ ਪਤਾ ਲੱਗ ਗਿਆ ਕਿ ਨੀਤੀ ਆਯੋਗ 'ਚ ਕਿਹੜੇ ਬੰਦੇ ਬੈਠ ਕੇ ਕਿਸਾਨ ਕਾਨੂੰਨ ਬਣਾ ਰਹੇ ਸੀ, ਕਿਹੜੇ ਬਿਜ਼ਨਸ ਵਾਲੇ ਨਾਲ। ਟੇਬਲ ਟਾਕ ਤੁਸੀਂ ਕੀ ਕਰਨੀ ਸੀ? ਤੁਸੀਂ ਤਾਂ ਬੰਦੇ ਮਰਵਾਉਣੇ ਸੀ, ਤੁਸੀਂ ਮੁੜ ਕੇ ਸਕੀਮਾਂ ਲਵਾਉਣੀਆਂ ਸੀ। ਤੁਸੀਂ ਸਾਰਾ ਕਲੀਅਰ ਹੋ ਗਿਆ, ਰਿਪੋਰਟਾਂ ਆ ਗਈਆਂ ਕਿਵੇਂ ਨੀਤੀ ਆਯੋਗ 'ਚ ਬੈਠ ਕੇ ਤੁਸੀਂ ਕਿਸਾਨਾਂ ਦੀ। ਸਰ ਰੁਕੋ, ਮੈਨੂੰ ਬੋਲਣ ਤੁਹਾਡੀ ਸਰ ਮੈਨੂੰ ਵੈਸੇ ਵੀ ਗੱਲ ਨਹੀਂ ਸੁਣ ਰਹੀ, ਮੈਨੂੰ ਗੱਲ ਕਰਨ ਦਿਓ। ਮੈਨੂੰ ਕੀ ਚਲੋ ਤੁਹਾਡੀ ਸਰ ਸ਼ਾਰਟ ਨਹੀਂ ਹੈ, ਮੈਨੂੰ ਗੱਲ ਕਰਨ। ਕਿਸਾਨ ਤੁਹਾਡੀ ਸਰਕਾਰ ਦੇ ਕਿਸਾਨ ਲੌਂਗੋਵਾਲ ਕੀ ਹੋਇਆ? ਮੈਨੂੰ ਤੁਹਾਡੀ ਗੱਲ ਨਹੀਂ ਸੁਣ ਰਹੀ। ਤੁਸੀਂ ਕੀ ਹੋਇਆ? ਤੁਸੀਂ ਬੋਲ ਰਹੇ ਹੋ, ਤੁਹਾਡੀ ਗੱਲ ਨਹੀਂ ਸੁਣ ਰਹੀ। ਤੁਸੀਂ ਵਿਸ਼ੇ ਤੇ ਰਹੋ, ਜਵਾਬ ਦਿਓ। ਇੱਕ ਸੈਕਿੰਡ ਗਰੇਵਾਲ ਸਾਹਿਬ, ਉਹ ਕਹਿ ਰਹੇ ਨੇ ਕਿ ਤੁਸੀਂ ਵਿਸ਼ੇ ਤੇ ਰਹੋ। ਜੇ ਬੋਲੋ, ਤੁਸੀਂ ਬੋਲਦੇ, ਤੁਸੀਂ ਵਿਸ਼ੇ ਤੇ ਰਹੋ, ਇੱਧਰ ਉੱਧਰ ਦੀ ਗੱਲ ਨਾ ਕਰੋ। ਇਹ ਕਹਿ ਰਹੇ ਨੇ, ਦੱਸ ਰਹੇ ਤੁਸੀਂ ਮਾਸਟਰ ਨਹੀਂ ਹੈਗੇ, ਤੁਸੀਂ ਮਾਸਟਰ। ਉਂਗਲੀ ਕਿਹਨੂੰ ਦਿਖਾ ਰਹੇ ਹੋ? ਬੈਠੋ ਟੇਕ ਕੇ ਸੁਣੋ। ਹੁਣ ਆ ਗਈ ਜੀ ਅਕਾਲੀ ਦਲ ਦੀ ਗੱਲ। ਅਕਾਲੀ ਦਲ ਜਿਹੜੀ ਤੁਸੀਂ ਕਿਸਾਨ ਹਟਾਈ ਸਰਕਾਰ ਪਾਉਣੇ ਹੋ, ਅਸੀਂ ਕਿਸਾਨ ਸਰਕਾਰ ਪਾਉਣੇ ਹੋ। ਤੁਹਾਡੇ ਰਾਜ ਦੇ ਵਿੱਚ ਕਿਸਾਨਾਂ ਤੇ ਲਾਠੀ ਚਾਰਜ ਭਰਾਵਾਂ ਨੂੰ ਜਵਾਬ ਦੇ ਰਿਹਾ, ਉਹਨਾਂ ਨੇ ਵੀ ਤੁਹਾਡੇ ਬਰਾਬਰ ਦਾ, ਉਹਨੇ ਇਕੱਠੇ ਬੋਲ ਲਿਓ, ਕੋਈ ਨਹੀਂ। ਮੈਨੂੰ ਪਤਾ ਪਿੱਛੋਂ ਮੈਸੇਜ ਮਿਲਿਆ ਰੌਲਾ। ਛੱਜਤਾ ਬੋਲੇ, ਛਾਣਨੀ ਕੀ ਬੋਲੇ? ਛੱਜਤਾ ਬੋਲੇ, ਛਾਣਨੀ ਕੀ ਬੋਲੇ? ਬੋਲੇ ਮੈਨੂੰ ਕੁਝ ਨਹੀਂ ਸਮਝ ਆਇਆ। ਕਿਸਾਨਾਂ ਤੇ ਲਾਠੀ ਚਾਰਜ ਹੋਇਆ ਕਿ ਨਹੀਂ ਹੋਇਆ? ਬਰਾੜ ਸਾਹਿਬ ਨੂੰ ਸੱਚੀ ਨਹੀਂ ਸਮਝ ਆ ਰਹੀ। ਚਲੋ ਸੋਢੀ ਸਾਹਿਬ ਉਹਨਾਂ ਨੂੰ ਜਵਾਬ ਦੇ ਲੈਣ। ਇੱਕ ਸੈਕਿੰਡ ਆਪਾਂ ਜਵਾਬ, ਮੈਂ ਲੈ ਲੈਣਾ ਜਵਾਬ ਉਹਨਾਂ ਤੋਂ ਸਾਰੇ। ਬੋਲੋ ਜੀ ਗਰੇਵਾਲ ਸਾਹਿਬ। ਚਲੋ ਥੈਂਕ ਯੂ। ਅਕਾਲੀ ਦਲ ਸਰ, ਤੁਸੀਂ ਓਰੀਜਨਲ ਸੰਘਰਸ਼ ਤੋਂ ਉੱਠੀ ਪਾਰਟੀ ਹੋ। ਜਿਹੜੇ ਕਾਕਿਆਂ ਦੇ ਹੁਣ ਅੱਜ ਕੱਲ ਫੋਰਚੂਨਰ ਚੱਲੀ ਗਈ ਨਾ, ਓਰੀਜਨਲ ਸੰਘਰਸ਼ ਤੋਂ ਉੱਠੀ ਪਾਰਟੀ। ਅੱਛਾ, ਮੈਂ ਗਰੇਵਾਲ ਸਾਹਿਬ ਇੱਕ ਸੈਕਿੰਡ ਦੇ ਰਿਹਾ। ਬਰਾੜ ਸਾਹਿਬ ਰੁਕੋ। ਗਰੇਵਾਲ ਸਾਹਿਬ ਇੱਕ ਸੈਕਿੰਡ ਮੇਰੀ ਗੱਲ ਤੇ ਸੁਣ ਲਓ। ਇੱਕ ਸੈਕਿੰਡ, ਮੈਂ ਇੱਕ ਅਪਡੇਟ ਦੇਣੀ ਚਾਹਣਾ ਹੈ। ਸਾਰੇ ਬੁਲਾਰੇ ਬੈਠੇ ਨੇ। ਸਰਕਾਰ ਨੇ ਫੈਸਲਾ ਲੈ ਲਿਆ, ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਜਿਹੜਾ ਕਿਹਾ ਸੀ ਕਰਨਾ ਹੈ, ਉਹ ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਔਰ ਹੁਣ ਅਗਲੇ ਦਿਨਾਂ ਦੇ ਵਿੱਚ ਜੋ ਐਸਮਾ ਦੇ ਮੁਤਾਬਕ ਕਾਨੂੰਨ ਦੀ ਗੱਲ ਕਰੀਏ ਤਾਂ ਕੋਈ ਹੜਤਾਲ ਕੀਤੀ ਹੀ ਨਹੀਂ ਜਾ ਸਕਦੀ। ਸਰਕਾਰ ਨੇ ਇਨ ਰਿਟਨ ਫੈਸਲਾ ਲੈ ਲਿਆ, ਐਸਮਾ ਲਾਗੂ ਕਰ ਦਿੱਤਾ ਗਿਆ ਹੈ। ਇਹ ਮੁਲਾਜ਼ਮ ਜਥੇਬੰਦੀਆਂ ਦੀ ਜਾਣਕਾਰੀ ਲਈ ਵੀ ਦੱਸ ਰਹੇ ਹਾਂ ਜੀ। ਬਰਾੜ ਸਾਹਿਬ ਦੇਖੋ, ਹੁਣ ਤੁਸੀਂ ਆਪਦੀ ਗੱਲ ਕਹਿ ਸਕਦੇ ਹੋ ਜੀ। ਮੈਨੂੰ ਸਿਰਫ ਐਸਮਾ ਸੁਣਿਆ, ਮੈਂ ਤੁਹਾਨੂੰ ਝੂਠ ਨਹੀਂ ਬੋਲ ਰਿਹਾ ਜਦੋਂ ਮੈਂ ਕਹਿ ਰਿਹਾ ਐਸਮਾ ਲਾਗੂ ਹੋ ਗਿਆ ਜੀ। ਮੈਂ ਸੁਣ ਗਿਆ, ਮੈਨੂੰ ਗੱਲ ਸਮਝ ਆ ਗਈ ਤੁਹਾਡੀ। ਗੱਲ ਇਹ ਹੈ ਸਰ, ਗੱਲ ਇਹ ਹੈ ਕਿ ਪਟਵਾਰੀ ਆਰ ਐਨ ਐਸੈਂਸ਼ੀਅਲ ਸਰਵਿਸ। ਕਿਉਂ? ਬਰਾੜ ਸਾਹਿਬ, ਤੁਸੀਂ ਘਰ ਦੀਆਂ ਕਿਸ਼ਤਾਂ ਦੇਣੀਆਂ, ਠੀਕ ਹੈ? ਤੁਹਾਨੂੰ ਅਗਲਾ ਕਹਿੰਦਾ ਜੀ ਫਰਜ਼ ਲਿਆਓ, ਠੀਕ? ਆਪਾਂ ਸਾਰੇ ਲੋਨ ਲਏ ਹੋਏ ਨੇ, ਤੁਸੀਂ ਵੀ ਲਏ ਆ, ਮੈਂ ਵੀ ਲਏ ਆ। ਆਪਾਂ ਜਾ ਕੇ ਲੋਨ ਉਤਾਰਨਾ, ਤੁਹਾਨੂੰ ਕੋਈ ਕਹਿ ਦੇਵੇ ਫਰਜ਼ ਲਿਆਓ, ਤੁਹਾਨੂੰ ਫਰਜ਼ ਨਾ ਮਿਲੇ, ਐਸੈਂਸ਼ੀਅਲ ਸਰਵਿਸ ਨਹੀਂ। ਤੁਹਾਨੂੰ ਕੋਈ ਕਹਿ ਦੇਵੇ ਜੀ ਕਿ ਤੁਹਾਡੇ ਬੱਚੇ ਨੇ ਬਾਹਰ ਜਾਣਾ, ਤੁਹਾਡੇ ਬੱਚੇ ਦਾ ਲੋਨ ਪਾਸ ਕਰਨਾ, ਆਹ ਸਾਨੂੰ ਕਾਗਜ਼ ਦੇ ਦਿਓ, ਇਹ ਐਸੈਂਸ਼ੀਅਲ ਸਰਵਿਸ ਨਹੀਂ। ਤੁਹਾਨੂੰ ਕੋਈ ਕਹਿ ਦੇਵੇ ਕਿ ਤੁਹਾਡੇ ਕੋਈ ਆਪਣੇ ਘਰੇ ਕੋਈ ਬਿਮਾਰ ਹੈ, ਯਾਰ ਗਹਿਣੇ ਧਰ ਕੇ ਪੈਸੇ ਲੈਣੇ ਆ, ਇਹ ਐਸੈਂਸ਼ੀਅਲ ਸਰਵਿਸ ਨਹੀਂ। ਇਹ ਐਸੈਂਸ਼ੀਅਲ ਸਰਵਿਸ ਹੈ। ਦੇ ਹੈਵ ਟੂ ਅੰਡਰਸਟੈਂਡ ਵਨ ਥਿੰਗ ਕਿ ਐਸੈਂਸ਼ੀਅਲ ਉਹ ਬਿਲਕੁਲ ਸਰਕਾਰ ਕੋਲ ਪਾਵਰਾਂ ਹੁੰਦੀਆਂ ਨੇ, ਬਿਲਕੁਲ ਹੁੰਦੀਆਂ ਨੇ। ਐਂਡ ਹੁਣ ਥਰਡ ਸਿਆਸੀ ਜਵਾਬ, ਕਾਂਗਰਸ ਵਾਲੇ ਵੀਰ ਕਹਿ ਰਹੇ ਸੀ ਗੋਰਿਆਂ ਦਾ ਸਿਸਟਮ ਰੱਖਿਆ ਭਾਈ ਸਾਹਿਬ 50-60 ਸਾਲ ਤੁਸੀਂ ਰੱਖਿਆ। ਪਹਿਲੀ ਗੱਲ। ਦੂਜੀ ਗੱਲ, ਮੈਂ WhatsApp ਯੂਨੀਵਰਸਿਟੀ ਦੇ ਜਵਾਬ ਨਹੀਂ ਦਿੰਦਾ। ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਹੋ ਉਹਦੇ ਜਵਾਬ ਨਹੀਂ ਦਊਂਗਾ। ਮੈਂ ਜਵਾਬ ਇਹ ਦਊਂਗਾ, ਮੰਤਰੀ ਨੂੰ ਅੰਦਰ ਦਿੱਤਾ, ਮਾਨ ਸਾਹਿਬ ਨੇ ਦਿੱਤਾ, MLA ਨੂੰ ਦਿੱਤਾ, ਮਾਨ ਸਾਹਿਬ ਨੇ ਦਿੱਤਾ। ਤੁਹਾਡੇ ਵੇਲੇ ਕਲੀਨ ਚਿੱਟਾਂ ਮਿਲਦੀਆਂ ਸੀਗੀਆਂ। ਸੋ ਇਹੀ ਐਗਜ਼ਾਮਪਲ ਦਿੰਦੇ ਹੋਏ ਮੈਂ ਪਟਵਾਰੀ ਫਿਰ ਉਹ ਨਾਲ ਹੀ ਬੈਠੇ ਨੇ, ਬੈਠੇ ਵੀ ਤੁਹਾਡੇ ਨਾਲ ਨੇ। ਇਹ ਕਿਸੇ ਡਰਾਮੇਬਾਜ਼ੀ ਕਿਉਂ ਕਰਦੇ ਹੋ? ਪਹਿਲਾਂ ਉਹਨਾਂ ਨੂੰ ਫੜਦੇ ਹੋ, ਫਿਰ ਨਾਲ ਬਿਠਾਉਂਦੇ ਹੋ। ਜਦੋਂ ਇੱਕ ਬਲੈਂਕਟ ਗੱਲ ਹੋ ਗਈ ਕਿ ਚਲੋ ਤੁਸੀਂ ਸੁਣ ਰਹੇ ਆ, ਲੋਕ ਜਾਣਦੇ ਆ ਨਾ, ਇਦਾਂ ਦੀ ਗੱਲ ਕਰੋ। ਇਹੋ ਜਿਹੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ। ਗੱਲ ਆਓ ਅਸਲ ਗੱਲ ਤੇ ਆ। ਕਾਫਲਾ ਕਿਉਂ ਲੂਟਾ, ਉਸ ਦੇ ਉੱਤੇ ਗੱਲ ਕਰੋ। ਮੈਂ ਜਵਾਬ ਦਿੰਦਾ।
ਆ ਜਿਹੜਾ ਸਿਸਟਮ ਹੈ ਨਾ ਸਰ ਕੁਮਰ ਜੀ, ਜਿਹੜਾ ਸਿਸਟਮ ਹੈ ਇਹ ਅੰਗਰੇਜ਼ਾਂ ਤੋਂ ਬਾਅਦ ਇਸ ਸਿਸਟਮ ਨੂੰ ਸੋਲੀਡੀਫਾਈ ਤੁਸੀਂ ਕੀਤਾ ਕਿ ਪਟਵਾਰੀ ਰੱਬ ਹੋਊ, ਕਿ ਜਿਹੜਾ ਮੁਨਸ਼ੀ ਹੋ ਰੱਬ ਹੋਊ, ਆਉਂਗੇ ਜੁੱਤੀ ਝਾੜ ਕੇ ਪਟਵਾਰਖਾਨਿਆਂ ਥਾਣੇ ਵੜੋਗੇ। ਇਹ ਤੁਹਾਡਾ ਸਿਸਟਮ ਬਣਾਇਆ ਹੋਇਆ, ਗੋਰੇ ਚਲੇ ਗਏ ਕਾਲੇ ਗੋਰੇ ਛੱਡ ਗਏ, ਇਹ ਸਿਸਟਮ ਤੁਹਾਡਾ ਬਣਾਇਆ ਹੋਇਆ। ਕਿਉਂ ਹੜਤਾਲਾਂ ਕਰਨ? ਤੁਸੀਂ ਇਹਨਾਂ ਦੀਆਂ ਮੰਗਾਂ ਮੰਨੋ ਨਾ, ਇਹਨਾਂ ਦੀ ਗੱਲ ਸੁਣੋ। 31 ਅਕਤੂਬਰ ਤੱਕ ਐਸਮਾ ਲਾ ਦਿੱਤਾ ਜੀ ਸਰਕਾਰ ਨੇ, 31 ਅਕਤੂਬਰ ਤੱਕ ਲੈਟਰ ਆ ਗਈ ਹੈ। ਕਿੰਨੇ ਸਾਲ ਰਾਜ ਕਰ ਲਿਆ ਤੁਸੀਂ? ਕਿੰਨੀਆਂ ਮੰਗੀਆਂ? ਰਿਟਨ ਲੈਟਰ ਆ ਗਈ ਹੈ, 31 ਅਕਤੂਬਰ ਤੱਕ ਪੰਜਾਬ 'ਚ ਐਸਮਾ ਲਾਗੂ ਹੋ ਗਿਆ 2 ਮਹੀਨਿਆਂ ਦੇ ਲਈ, ਮਤਲਬ ਅਗਲੇ 2 ਮਹੀਨੇ ਕੋਈ ਮੁਲਾਜ਼ਮ ਸਟ੍ਰਾਈਕ ਨਹੀਂ ਕਰ ਸਕੇਗਾ। ਮੈਂ ਆਪਣੇ ਨਾਲ ਬੈਠੇ ਨੇ ਨੰਗਲ ਸਾਹਿਬ, ਇਹਨਾਂ ਦਾ ਇੱਕ ਪ੍ਰਤੀਕਰਮ ਲੈਣਾ ਚਾਹੂੰਗਾ। ਤਜਿੰਦਰ ਜੀ, ਜਿਸ ਐਸਮਾ ਦੀ ਆਪਾਂ ਗੱਲ ਕਰ ਰਹੇ ਸੀ 31 ਅਕਤੂਬਰ ਤੱਕ ਐਸਮਾ ਲਾਗੂ ਹੋ ਗਿਆ। ਤਜਿੰਦਰ ਜੀ ਮੇਰੀ ਆਵਾਜ਼ ਮਿਲ ਪਾ ਰਹੀ ਹੈ? ਅਪੀਲ ਕਰਦਾ ਹੈ ਕਿ ਸਾਡੇ ਗਲ ਘੁੱਟ ਦਿਓ ਤੁਸੀਂ ਆਪਣੇ ਹੱਥਾਂ ਨਾਲ। ਮੈਂ ਬਰਾੜ ਸਾਹਿਬ, ਮੈਂ ਸੀਐਮ ਸਾਹਿਬ ਨੂੰ ਇਹ ਕਹਿਣਾ ਹੈ ਕਿ ਤੁਸੀਂ ਐਸਮਾ ਲਾਗੂ ਕਰ ਦਿੱਤਾ, ਤੁਸੀਂ ਆਪਣੇ ਹੱਥਾਂ ਨਾਲ ਸਾਡੇ ਗਲ ਘੁੱਟ ਦਿਓ, ਜਿੱਥੇ ਫਾਂਸੀ ਲਾਣਾ ਲਾ ਦਿਓ, ਪਰ ਤੁਸੀਂ ਲੋਕਤੰਤਰ ਦਾ ਗਲਾ ਘੁੱਟ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਸੀਐਮ ਸਾਹਿਬ ਨੂੰ ਅਪੀਲ ਕਰਦਾ, ਸੁਨੇਹਾ ਲਾਉਣਾ, ਤੁਸੀਂ ਐਸਮਾ ਛੱਡ ਕੇ ਸਾਨੂੰ ਭਾਵੇਂ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਕਰ ਦਿਓ। ਜੇ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਕਰੋਗੇ ਤੇ ਅਸੀਂ ਹੜਤਾਲ ਕਰਾਂਗੇ। ਜੇ ਸਾਡੇ ਸੰਵਿਧਾਨਿਕ ਹੱਕ ਖੋ ਕੇ ਸਾਡੇ ਤੋਂ ਕਲਮਾ ਸੀਐਮ ਸਾਹਿਬ ਖੋਣਗੇ ਤਾਂ ਜਿੰਨਾ 5 ਲੱਖ ਮੁਲਾਜ਼ਮ ਹੈ ਸੂਬੇ ਦਾ, ਉਹ ਆਪਣੇ ਬੱਚਿਆਂ ਬਜ਼ੁਰਗਾਂ ਪਰਿਵਾਰਾਂ ਸਮੇਤ ਸੜਕਾਂ ਤੇ ਆ ਜਾਏਗਾ। ਸੋ ਸਾਨੂੰ ਐਸਮਾ ਉਸਮਾ ਦੀ ਕੋਈ ਪਰਵਾਹ ਨਹੀਂ ਹੈ। ਸੀਐਮ ਸਾਹਿਬ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਿਹੜਾ ਮੁਲਾਜ਼ਮਾਂ ਨੂੰ ਬੁਲਾ ਕੇ ਸੁਣ ਲਓ, ਜੇ ਨਹੀਂ ਸੁਣਲਾ ਤੇ ਸਾਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿਓ ਕਿ ਤੁਹਾਡੇ ਸੂਬੇ ਦੇ ਵਿੱਚ ਕੋਈ ਧਰਨਾ ਨਾ ਲੱਗ ਸਕੇ। ਸੋ ਹੜਤਾਲ ਸਾਡੀ ਬਰਕਰਾਰ ਰਹੇਗੀ। ਸਾਡੀਆਂ ਸੁਪਰਡੈਂਟਾਂ ਦੀਆਂ ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ ਕਰ ਦਿਓ। ਦੇਖੋ ਸੀਐਮ ਸਾਹਿਬ ਨੇ, ਜਿਹੜੇ ਸੂਬੇ ਦੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ ਜੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਲਈ ਜਿਹੜੇ ਅਸੀਂ ਧਰਨੇ ਲਾਉਂਦੇ ਸੀਗੇ, ਸਾਡੇ ਧਰਨੇ 'ਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਤਖਤੀਆਂ ਫੜ ਕੇ ਬੈਠੇ ਸੀਗੇ ਸੂਬੇ ਦੇ ਵਿੱਤ ਮੰਤਰੀ ਸਾਹਿਬ, ਤੇ ਉਦੋਂ ਕਹਿੰਦੇ ਸੀਗੇ ਵੀ ਤੁਸੀਂ ਸਾਨੂੰ ਸੱਤਾ 'ਚ ਲਿਆਓ ਤੇ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਤੁਹਾਡੀ ਪੈਨਸ਼ਨ ਮਨਜ਼ੂਰ ਕਰਾਂਗੇ। ਪਤਾ ਨਹੀਂ ਕਿੰਨੀਆਂ ਕੈਬਨਿਟ ਦੀਆਂ ਮੀਟਿੰਗਾਂ ਹੋ ਗਈਆਂ ਨੇ ਮਾਨ ਸਾਹਿਬ ਦੀ ਸਰਕਾਰ ਦੀਆਂ, ਪਰ ਪੁਰਾਣੀ ਪੈਨਸ਼ਨ ਸਕੀਮ ਦਾ ਅਜੇ ਤੱਕ ਕਿਤੇ ਨਾਮ ਨਹੀਂ। 4 ਸੂਬੇ ਹਿਮਾਚਲ, ਝਾਰਖੰਡ, ਛੱਤੀਸਗੜ੍ਹ ਇਹ ਜਿਹੜੇ ਪੈਨਸ਼ਨਾਂ ਲਾਗੂ ਕਰ ਚੁੱਕੇ ਨੇ। ਕਿ ਪੰਜਾਬ ਸੂਬਾ ਇੰਨਾ ਮਾੜਾ ਹੈ ਕਿ ਉਹਦੀ ਹਾਲਾਤ ਇੰਨੀ ਮਾੜੀ ਹੈ ਕਿ ਉਹ ਆਪਣੇ ਸੂਬੇ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਤੱਕ ਨਹੀਂ ਦੇ ਸਕੇ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਸੀਐਮ ਸਾਹਿਬ ਚਾਹੇ ਸਾਨੂੰ ਫਾਂਸੀ ਲਾ ਦੇਣ, ਜੇ 11 ਤਰੀਕ ਤੋਂ ਪਹਿਲਾਂ ਸਾਡੀ ਮੀਟਿੰਗ ਨਾ ਕਰਕੇ ਸਾਡੀਆਂ ਪ੍ਰਮੋਸ਼ਨਾਂ ਨਾ ਕੀਤੀਆਂ ਗਈਆਂ, ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਕਿ ਅਸੀਂ ਪੂਰੀ ਹੜਤਾਲ ਕਰਾਂਗੇ, ਕੰਮ ਬੰਦ ਰੱਖਾਂਗੇ। ਜੇ 11 ਤਰੀਕ ਨੂੰ ਸੀਐਮ ਸਾਹਿਬ ਨੇ ਸੂਬੇ ਦੇ ਵਿੱਚ ਨਵੀਂ ਭਰਤੀ ਕਰਕੇ ਮੁਲਾਜ਼ਮ ਬਿਠਾਉਣੇ ਆ ਤੇ ਮੈਨੂੰ ਸੀਐਮ ਸਾਹਿਬ ਇਸ ਚੀਜ਼ ਦਾ, ਭਾਵੇਂ ਤੁਸੀਂ ਸੀਐਮ ਸਾਹਿਬ ਸਾਡੀ ਮੀਟਿੰਗ ਬੁਲਾ ਲੈਣ ਤੇ ਪੂਰੇ ਸੂਬੇ ਦੇ ਮੀਡੀਆ ਨੂੰ ਅਲਾਓ ਕਰਨ, ਅਸੀਂ ਮੀਡੀਆ ਦੇ ਸਾਹਮਣੇ ਜਵਾਬ ਰੱਖਾਂਗੇ। ਬੇਸ਼ੱਕ ਪਬਲਿਕਲੀ ਡਿਬੇਟ ਕਰ ਲੈਣ ਸਾਡੇ ਨਾਲ ਸੀਐਮ ਸਾਹਿਬ ਕਿ ਤੁਸੀਂ ਪ੍ਰਮੋਸ਼ਨਾਂ ਕਰਨ ਦੀ ਬਜਾਏ ਸਾਡੇ ਤੇ ਐਸਮਾ ਲਾਗੂ ਕਰੋਗੇ। ਇਹ ਕਿੱਥੇ ਦਾ ਨਿਆਂ ਹੈ? ਜਦੋਂ ਤੁਹਾਡੀਆਂ ਜਥੇਬੰਦੀਆਂ ਧਰਨੇ ਲਾਉਂਦੀਆਂ ਸੀ ਆਮ ਆਦਮੀ ਪਾਰਟੀ, ਤੇ ਉਦੋਂ ਤਾਂ ਤੁਹਾਡੇ ਤੇ ਐਸਮਾ ਕੋਈ ਲੱਗਿਆ ਨਹੀਂ। ਸੋ ਅਸੀਂ ਬਿਲਕੁਲ ਨਹੀਂ ਡਰਦੇ ਜੀ। ਮੈਂ ਤਜਿੰਦਰ ਜੀ ਇਸ ਦੇ ਵਿੱਚ ਇੱਕ ਚੀਜ਼ ਐਡ ਕਰਨੀ ਚਾਹੁੰਦਾ ਹੈ। ਮੈਂ ਇਸ ਦੇ ਵਿੱਚ ਤਜਿੰਦਰ ਜੀ ਇੱਕ ਸੈਕਿੰਡ ਮੇਰੀ ਗੱਲ ਸੁਣਿਓ। ਮੈਂ ਇਸ ਦੇ ਵਿੱਚ ਇੱਕ ਚੀਜ਼ ਐਡ ਕਰਨੀ ਚਾਹੁੰਦਾ ਹੈ। ਕੋਈ ਵੀ ਸਰਕਾਰ ਹੋਵੇ, ਕੋਈ ਵੀ ਵਿਅਕਤੀ ਹੋਵੇ, ਜਦੋਂ ਉਹ ਕੋਈ ਫੈਸਲਾ ਲੈਂਦਾ ਤਾਂ ਉਸ ਦੇ ਪਿੱਛੇ ਕੁਝ ਤਰਕ ਹੁੰਦੇ ਹੈ ਨਾ। ਤੁਸੀਂ ਹੜਤਾਲ ਕਿਉਂ ਕਰ ਰਹੇ ਹੋ? ਤੁਸੀਂ ਆਪਣੇ ਤਰਕ ਦੇ ਰਹੇ ਹੋ। ਸਰਕਾਰ ਐਸਮਾ ਕਿਉਂ ਲਾ ਰਹੀ ਹੈ, ਜਾਂ ਸਰਕਾਰ ਸਖਤੀ ਕਿਉਂ ਕਰ ਰਹੀ ਹੈ, ਜਾਂ ਸਰਕਾਰ ਤੁਹਾਨੂੰ ਚੇਤਾਵਨੀ ਕਿਉਂ ਦੇ ਰਹੀ ਹੈ, ਉਹਦੇ ਪਿੱਛੇ ਤਰਕ ਉਹਨਾਂ ਨੇ ਦਿੱਤੇ ਨੇ ਪਬਲਿਕ ਦੀ ਸਰਵਿਸ ਦੇ। ਕਿ ਜਿਹੜੇ ਆਮ ਪਬਲਿਕ ਜਾਂਦੀ ਹੈ ਤਹਿਸੀਲਾਂ ਦੇ ਵਿੱਚ, ਜਿਨ੍ਹਾਂ ਨੇ ਕਿਸੇ ਕੋਈ ਰਜਿਸਟਰੀਆਂ ਕਰਾਉਣੀਆਂ, ਤਹਿਸੀਲ ਦੇ ਹਜ਼ਾਰਾਂ ਕੰਮ ਨੇ, ਜਦੋਂ ਉਹਨਾਂ ਨੂੰ ਖੱਜਲ ਖੁਆਰੀ ਹੁੰਦੀ ਹੈ ਤਾਂ ਫਿਰ ਉਹਨਾਂ ਨੂੰ ਸਖਤ ਕਾਰਵਾਈ ਕਰਨੀ ਪੈਂਦੀ ਹੈ। ਇਹ ਸਰਕਾਰ ਦੇ ਤਰਕ ਨੇ। ਸੋ ਜਦੋਂ ਦੋਨਾਂ ਦੇ ਆਪੋ ਆਪਣੇ ਤਰਕ ਨੇ ਤਾਂ ਫਿਰ ਵਿਚਲਾ ਰਸਤਾ ਕੋਈ ਰਹਿ ਜਾਂਦਾ ਕਿ ਨਹੀਂ ਰਹਿ ਜਾਂਦਾ? ਦੇਖੋ ਸੀਐਮ ਸਾਹਿਬ ਨੇ ਜਿਹੜੀ ਜਲੰਧਰ ਦੇ ਵਿੱਚ ਕੈਬਨਿਟ ਮੀਟਿੰਗ ਕੀਤੀ ਸੀਗੀ, ਉਸ ਮੀਟਿੰਗ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਜਿਹੜਾ ਸਾਨੂੰ ਮੀਟਿੰਗ ਦਾ ਪੱਤਰ ਜਾਰੀ ਹੋਇਆ, ਕਲੱਬ ਕਬਾਨਾ ਜਿਹੜਾ ਫਗਵਾੜਾ ਪੈਂਦਾ ਹੈ ਕਪੂਰਥਲਾ ਜ਼ਿਲ੍ਹੇ 'ਚ, ਅਸੀਂ ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਸੀਐਮ ਸਾਹਿਬ ਦੀ ਵੇਟ ਕਰਦੇ ਰਹੇ। ਸਾਨੂੰ 5:30 ਵਜੇ ਪਤਾ ਚੱਲਿਆ ਕਿ ਸੀਐਮ ਸਾਹਿਬ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕਰ ਰਹੇ। ਸੋ ਮੀਟਿੰਗ ਕਰਨ ਤੋਂ ਕਿਉਂ ਭੱਜਦੇ ਹੈ? ਸੀਐਮ ਸਾਹਿਬ ਇਹੀ ਕਹਿੰਦੇ ਸੀਗੇ ਕਿ ਮੈਂ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲੱਗਣ ਦੇਣਾ, ਮੈਂ ਸਾਰਿਆਂ ਦੀ ਮੰਗਾਂ ਪੂਰੀਆਂ ਕਰ ਲੈਣੀਆਂ।
ਕੱਚੇ ਮੁਲਾਜ਼ਮ ਜਿਹੜੇ ਉਹ ਇਸ਼ਤਿਹਾਰਾਂ 'ਚ ਪੱਕੇ ਕਰ ਦਿੱਤੇ। ਪੂਰੇ ਸੂਬੇ 'ਚ ਕਿੱਥੇ ਕਿੱਥੇ ਭਰਤੀ ਹੋਈ ਆ। ਡੀਸੀ ਦਫ਼ਤਰ ਦੇ ਵਿੱਚ 130 ਦੇ ਕਰੀਬ ਸੀਨੀਅਰ ਸਹਾਇਕਾਂ ਦੀਆਂ ਅਸਾਮੀਆਂ ਪਿਛਲੇ 2.5 ਸਾਲਾਂ ਤੋਂ ਖਾਲੀ ਨੇ। ਜੇ ਉਹਨਾਂ ਦੀ ਪੂਰਤੀ ਨਹੀਂ ਕਰ ਰਹੇ ਤਾਂ ਸਾਨੂੰ ਬਾਹਰ ਕੱਢ ਕੇ ਜਿਹੜਾ 5 ਲੱਖ ਮੁਲਾਜ਼ਮ ਇੱਕਦਮ ਸਰਕਾਰ ਕਿੱਥੋਂ ਭਰਤੀ ਕਰ ਲੂਗੀ। ਸੋ ਮੇਰੇ ਵੱਲੋਂ ਸੀਐਮ ਸਾਹਿਬ ਨੂੰ ਇਹ ਅਪੀਲ ਆ। ਇੱਕ ਨਾਲ ਬਰਾੜ ਸਾਹਿਬ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਜਿਹੜੀ ਉਹਨਾਂ ਦਾ ਸੰਘਰਸ਼ ਅਲੱਗ ਹੈ। ਉਹਨਾਂ ਨੇ ਸੰਘਰਸ਼ ਦਿੱਤਾ ਹੈ ਕਿ ਉਹਨਾਂ ਦਾ ਕੋਈ ਕਾਨੂੰਗੋ ਪਟਵਾਰੀ ਜਿਹੜਾ ਹੈ ਉਹ ਕਿਸੇ ਉਹਨਾਂ ਤੇ ਕੋਈ ਪਰਚਾ ਦਰਜ ਕਰ ਦਿੱਤਾ ਗਿਆ। ਪਰ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਪਟਵਾਰੀਆਂ ਨਾਲ ਕਾਨੂੰਗੋਆਂ ਨਾਲ ਸਾਡੀ ਜਥੇਬੰਦੀ ਦਾ ਨਹੀਂ ਕੋਈ ਵਾਹ ਵਾਸਤਾ। ਸਾਡਾ ਸਿਰਫ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦਾ ਵਾਸਤਾ ਹੈ। ਸੋ ਡੀਸੀ ਦਫ਼ਤਰ ਦੇ ਵਿੱਚ ਤਜਿੰਦਰ ਜੀ ਸਾਰੀਆਂ ਜਥੇਬੰਦੀਆਂ ਕੋਈ ਇੱਕ ਸੈਕਿੰਡ ਤਜਿੰਦਰ ਜੀ ਸਾਰੀਆਂ ਜਥੇਬੰਦੀਆਂ ਕੋਈ ਵੀ ਜਥੇਬੰਦੀ ਚਾਹੁੰਦੀ ਤਾਂ ਹਰੇਕ ਹੀ ਇਹੀ ਹੈ ਨਾ ਕਿ ਸਾਡੀ ਸੀਐਮ ਨਾਲ ਮੀਟਿੰਗ ਹੋਵੇ। ਜਥੇਬੰਦੀਆਂ ਮੈਨੂੰ ਲੱਗਦਾ 100-150 ਤੇ ਹੋਣਗੀਆਂ, ਸ਼ਾਇਦ ਮੈਂ ਘੱਟ ਕਹਿ ਗਿਆ ਹੋਵਾਂ।